जिले के गांव कोकरी कला के बाबा तरसेम सिंह की आपको तस्वीरें दिखा रहे हैं। ये तस्वीरें देखकर आप दांतों के तले उंगलियां दबा लेंगे। जी हाँ, ये है 65 साल तरसेम सिंह, जिसको दोनों आंखों से दिखाई नहीं देता। 1997 में बाबा तरसेम सिंह की आंखों की रोशनी चली गई थी और बाबा ने बहुत ही इलाज करवाया, पर आंखों की रोशनी वापस नहीं आई। बाबा तरसेम सिंह को बिल्कुल भी दिखाई देना बंद हो गया था, पर बाबा तरसेम सिंह ने हौसला नहीं छोड़ा और बिना आंखों की रोशनी के वह सभी काम वैसे ही करने लगे जैसे पहले जवानी में करते थे। बाबा तरसेम सिंह आंखों की रोशनी खो चुकने के बाद भी 31 तरह की मशीनें रिपेयर कर लेते हैं और खुद गेहूं पीसने वाली मशीन भी चलाते हैं। वहीं पशुओं के लिए चारा काटना, पशुओं को चारा डालना और हर तरह की भारतीय करेंसी के बारे में बता देते हैं। इसके अलावा बाबा तरसेम सिंह कई गुरुद्वारों में कीर्तन भी करते हैं, जहां उनका बेटा उसके साथ जाता है। बाबा ने कहा कि शुरू में लोग उनको ठगी भी मारते थे और 100 के नोट को 500 के नोट बोलकर दे जाते थे। मेरा नाम तरसेम सिंह जी। तरसेम सिंह बाबा जी। बाबा जी, जिस तरीके नाल इस वेले तुहाडी उम्र करीब कितनी हो चुकी है? 64 साल हो गए जी। 64 साल। हाँ, 64 साल की उम्र ਦੇ ਵਿੱਚ ਤੁਹਾਡੀਆਂ ਜਿਹੜੀਆਂ ਹੈਗੀਆਂ ਅੱਖਾਂ ਤੋਂ ਤੁਸੀਂ ਮਨਾਖੇ ਹੋ, ਦਿਸ ਨਹੀਂ ਰਿਹਾ ਤੁਹਾਨੂੰ। ਤੀਜੀ ਅੱਖ ਦੇ ਨਾਲ ਤੁਸੀਂ ਦੇਖਦੇ ਹੋ ਕਿੱਦਾਂ ਸਾਰਾ ਕੁਝ ਇਹ ਵਾਪਰਿਆ ਜੀ? ਸਾਰਾ ਕੁਝ ਹੈ ਤਾਂ ਪਰਮਾਤਮਾ ਦੇ ਹੁਕਮ ਅੰਦਰ ਹੀ। ਇਹਦੀ ਕੋਸ਼ਿਸ਼ ਬਹੁਤ ਕੀਤੀ ਵੀ ਜੋ ਪਹਿਲਾਂ ਥੋੜੀ ਜਗ੍ਹਾ ਘਟਦੀ ਸੀ ਨਾ, ਮੈਂ ਕੱਲਾ ਆਪ ਜਾਂਦਾ ਰਿਹਾ ਡਾਕਟਰ ਪਾਸ, ਤੇ ਪਰ ਕਿਸੇ ਤੋਂ ਵੀ ਨਹੀਂ ਠੀਕ ਹੋਈ ਇਹ ਨਿਗਾਹ। ਦਵਾਈਆਂ ਦੇ ਦਿੰਦੇ ਸੀਗੇ, 1% ਵੀ ਠੀਕ ਨਹੀਂ ਹੋਈ। ਜਿਵੇਂ ਦਿਨੋਂ ਦਿਨ ਘਟਦੀ ਗਈ ਅਖੀਰੀ ਉਹ ਦਿਨ ਆ ਗਿਆ ਬਸ ਸਮਝ ਲਓ ਵੀ 97 ਤੋਂ ਤਾਂ ਜਮਾਂ ਹੀ ਘਟ ਗਿਆ ਕੰਮ। ਪਰ ਮੈਂ 1965 ਤੋਂ ਕੰਮ ਕਰਦਾ ਚੱਕੀ ਦਾ ਸਾਰਾ, ਜੋ ਟੋਟਲ ਜਿੰਨੇ ਵੀ ਮਸ਼ੀਨਰੀ ਦਾ ਕੰਮ ਸਾਰਾ। ਇੱਥੋਂ ਦਾ ਘੜੀਆਂ ਵੀ ਬਣਾਈਆਂ, ਟੇਪ ਡੈਕ ਟੇਪਾਂ ਸਾਰਾ ਕੁਛ ਹੈ ਨਾ, ਆ ਪੱਖਿਆਂ ਦਾ ਕੰਮ, ਬਿਜਲੀ ਦਾ ਕੰਮ ਕੀ ਸਾਰੇ। ਤੇ ਜਦੋਂ ਫਿਰ ਨਿਗਾਹ ਘਟ ਗਈ ਉਦੋਂ ਥੋੜ੍ਹੇ ਜਿਹੇ ਕੰਮ ਜਿਹੜੇ ਬਰੀਕੀ ਉਹ ਘਟ ਜਾਂਦੇ ਆ। ਤੇ ਚੱਕੀ ਦਾ, ਰਜਾਈਆਂ ਦਾ, ਚੌਲ ਕੱਢਣੇ, ਇਹੋ ਜਿਹਾ ਤਾਂ ਹੁਣ ਵੀ ਕਰੀ ਜਾਂਦਾ, ਇੰਜਨਾਂ ਦਾ ਵੀ ਕਰੀ ਜਾਂਦਾ। ਤੇ ਸਮਝ ਲਓ 99 ਦੇ ਵਿੱਚ ਮੇਰਾ ਬਲਾਈਂਡ ਸਰਟੀਫਿਕੇਟ ਬਣ ਗਿਆ ਸੀਗਾ। ਤੇ 97 'ਚ ਪਰਮਾਤਮਾ ਨੇ ਕਿਰਪਾ ਕਰਤੀ, ਕੀਰਤਨ ਕਰਨ ਲੱਗ ਗਈ। ਉਹ ਵੀ ਇੱਕ ਤਾਂ ਵੀ ਪਰਮਾਤਮਾ ਨੇ ਕਿਰਪਾ ਕਰਤੀ ਨਹੀਂ, ਏਡੀ ਛੇਤੀ ਕੀਰਤਨ ਕਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇੱਕਦਮ ਹੀ ਪਰਮਾਤਮਾ ਨੇ ਇਹੀ ਕਿਰਪਾ ਕਰਤੀ, ਬਸ ਇੱਧਰੋਂ ਹਟਾਤਾ ਜਿਵੇਂ ਨਿਗਾਹ ਘਟ ਗਈ ਤੇ ਕੀਰਤਨ ਕਰਨ ਲੱਗ ਗਏ। ਉਹਦੀ ਕੀਰਤਨ ਵੀ ਇਸ ਤਰ੍ਹਾਂ ਨਿਸਕਾਮ, ਕੋਈ ਗੁਰਦੁਆਰੇ ਤੋਂ ਪੈਸੇ ਨਹੀਂ ਲੈਣਾ, ਜਿਹੜੇ ਕੀਰਤਨ ਦੇ ਉਹ ਵੀ ਗੁਰਦੁਆਰੇ ਦੇ ਆਉਣੇ ਪੈਸੇ ਉੱਥੇ ਹੀ। ਜਦੋਂ ਸਾਲ ਕੁ ਮੈਨੂੰ ਹੋ ਗਿਆ ਨਾ ਕਰਦੇ ਨੂੰ, ਫਿਰ ਕਮੇਟੀ ਵਾਲੇ ਕਹਿੰਦੇ, ਪਹਿਲੇ ਪ੍ਰਧਾਨ ਸੀਗੇ ਗੁਰਚਰਨ ਸਿੰਘ ਕਲੇਰ, ਸਾਡੇ ਇੱਥੇ ਸੈਂਟਰ ਗੁਰਦੁਆਰਾ ਦੇ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਜੀ। ਤੇ ਉਹ ਫਿਰ ਕਹਿੰਦੇ ਵੀ ਥੋੜੀ ਨਿਗਾਹ ਵੀ ਹੈ ਨਹੀਂ ਗੀ, ਤੇ ਤੁਸੀਂ ਜਿਹੜੇ ਗੁਰਦੁਆਰੇ ਪੈਸੇ ਨਾ ਲਿਆ ਕਰੋ, ਜਿਹੜੇ ਪ੍ਰੋਗਰਾਮ ਦਿੰਦੇ ਨਾ ਉਹ ਨਾ ਸਾਨੂੰ ਦਿਆ ਕਰੋ ਗੁਰਦੁਆਰੇ, ਉਹ ਘਰੇ ਵਰਤ ਲਿਆ ਕਰੋ। ਹੁਣ ਜੇ ਇਸ ਵੇਲੇ ਦੀ ਗੱਲ ਕਰੀ ਤਾਂ ਹੁਣ ਵੀ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ? ਹਾਂ ਜੀ, ਬਿਲਕੁਲ। ਕਿਹੜੇ ਕੰਮ ਹੁਣ ਤੁਸੀਂ ਇਸ ਵੇਲੇ ਕਰ ਰਹੇ ਹੋ? ਕੰਮ ਹੁਣ ਵੀ ਸਾਰੇ ਤਾਂ ਯਕੀਨ ਮੇਰੇ ਬਹੁਤ ਕੰਮ ਕਰੇ, 32-33 ਕੰਮ। ਤੇ ਹੁਣ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕੰਮ ਜਿਹੜੇ ਨਿਗਾਲੇ ਆ, ਬੜੀ ਨਿਗਾਹ ਚਾਹੀਦੀ ਉਹ ਨਹੀਂ ਕਰਦੇ ਹੁਣ। ਚੱਕੀ ਰੋਹਣੀ ਫਿੱਟ ਕਰਨੀ, ਆਟਾ ਪੀਣਾ, ਤੋਲਣਾ, ਚੱਕੀ ਦੇ ਨਾਲ ਦਾਲ ਵੀ ਨਹੀਂ ਛੋਲਿਆਂ ਦੀ, ਉਹ ਹਰ ਇੱਕ ਨਹੀਂ ਪੀਂਦਾ। ਸਾਡੇ ਪਿੰਡ ਦਾ ਕੀ, ਨਾਲ ਦੇ ਪਿੰਡ ਪਿੰਡਰਾਂ ਤੋਂ ਵੀ ਆਉਂਦੇ ਆ, ਦਾਇਆ ਬਹਿਣੀ ਆ ਨੇੜੇ ਦੇ ਪਿੰਡ ਜਿਹੜੇ, ਉਹ ਵੀ ਇੱਥੋਂ ਭਿਆਗ ਲਿਆਦੇ ਛੋਲਿਆਂ ਦੀ ਦਾਲ, ਹੋਰ ਮੂੰਗੀ ਦਾਲ, ਮਸਰਾ, ਇਹ ਵੀ ਪੀ ਰਹੀ ਆ। ਮਸ਼ੀਨਰੀ ਦੀ ਗੱਲ ਕੀਤੀ ਜਾਵੇ, ਮਸ਼ੀਨਰੀ ਵੀ ਤੁਸੀਂ ਪਤਾ ਲੱਗਿਆ ਠੀਕ ਕਰ ਲੈਂਦੇ ਹੋ? ਹਾਂਜੀ, ਮਸ਼ੀਨਰੀ ਦਾ ਮੈਂ ਉਹ ਆਵਾਜ਼ ਤੋਂ ਦੱਸ ਦੂੰ ਵੀ ਇਹਦਾ ਇੱਥੇ ਨੌਸ ਹੈ ਮਸ਼ੀਨਰੀ ਦੀ ਆਵਾਜ਼। ਹਾਂ, ਪਹਿਲਾਂ ਡੀਜ਼ਲ ਨਾਲ ਜਿੰਨੀ ਮਸ਼ੀਨਰੀ ਹੈ, ਪੈਟਰੋਲ ਦਾ ਨਹੀਂ ਕੀਤਾ, ਤੇ ਡੀਜ਼ਲ ਦਾ ਜਿੰਨੀ ਵੀ ਆਵਾਜ਼ ਤੋਂ ਦੱਸ ਦੂੰ ਵੀ ਇੱਥੇ ਨੌਸ ਕੱਢ ਦੂੰ। ਤੁਸੀਂ ਹੁਣ ਕਾਰੋਬਾਰ ਕਰ ਰਹੇ ਹੋ ਇਸ ਵੇਲੇ ਪੂਰਾ, ਮਤਲਬ ਕਿ ਜਿਵੇਂ ਇੱਕ ਆਮ ਆਦਮੀ ਕਰਦਾ ਹੈਗਾ, ਤੁਹਾਨੂੰ ਕਿਤੇ ਕਿੱਦਾਂ ਮਹਿਸੂਸ ਨਹੀਂ ਹੁੰਦਾ ਵੀ ਕੋਈ ਤੁਹਾਡੇ ਨਾਲ ਕੋਈ ਠੱਗੀ ਮਾਰ ਜਾਵੇ, ਕੋਈ ਮਾਰ ਜਾਵੇ? ਠੱਗੀ ਵਾਰਾ ਤਾਂ ਇਹ ਹੈਗੇ, ਬਹੁਤ ਮਾਰ ਜਾਂਦੇ, ਠੱਗੀ ਹਟਦੇ ਨਹੀਂ, ਕਰ ਜਾਂਦੇ ਵਿੱਚ ਬਹੁਤ ਬੰਦੇ, ਪਰ ਫਿਰ ਵੀ ਕਹੀਦਾ ਚੱਲ ਪਰਮਾਤਮਾ ਜਿਵੇਂ ਕਰਦਾ ਠੀਕ ਹੀ ਹੁੰਦਾ। ਅਸੀਂ ਦੇਖਿਆ ਤੁਸੀਂ ਉਹਨੇ ਗਾਹਕਾਂ ਨਾਲ ਪੈਸਾ ਦਾ ਲੈਣ ਦੇਣ ਵੀ ਕਰ ਰਹੇ ਸੀ, ਉਹ ਕਿੱਦਾਂ ਕਰਦੇ ਨੇ, ਕਿਵੇਂ ਪਛਾਣ ਆਏ ਤੁਹਾਨੂੰ? ਉਹਦਾ ਨੋਟ ਤੋਂ ਪਤਾ ਲੱਗਦਾ ਵੀ ਇੱਕ ਦੂਜੇ ਵੇਖ ਕੇ ਅਗਲੇ ਯਕੀਨ ਕਰ ਲੈਂਦਾ ਵੀ ਇੰਨੇ ਨੋਟਾਂ ਠੀਕ ਆ। ਵੀ ਜੇ ਕਦੇ ਸ਼ੱਕ ਵੀ ਹੋਏ ਤੇ ਨੋਟ ਨੂੰ ਫਿਰ ਦੂਜੇ ਨੋਟ ਤੇ ਆਪਦੇ ਕੋਲ ਜਿਹੜਾ ਉਹ ਤੇ ਮਿਣ ਕੇ ਦੇਖ ਲਈਦਾ
ਵੀ ਨੋਟ ਵੱਡਾ ਜਾਂ ਛੋਟਾ, ਜੇ ਪਤਾ ਲੱਗੂ ਵੀ ਛੋਟਾ ਹੈ ਤਾਂ ਬਈ ਨੋਟ ਉਦੋਂ ਛੋਟਾ। ਤੇ ਜਿਹੜਾ ਮੇਰੇ ਕੋਲ ਉਹ ਮੇਰੇ ਅੱਡ ਉੱਡ ਹੀ ਰੱਖੇ ਹੁੰਦੇ ਆ, 2000 ਦਾ ਅੱਡ ਦਾ, 500 ਦਾ ਅੱਡ, 200 ਦਾ ਅੱਡ, 100 ਦੇ ਅੱਡ, 50 ਦੇ ਅੱਡ ਉੱਡ ਹੀ ਰੱਖੇ ਹੁੰਦੇ ਆ। ਉਹ ਇਹ ਤੁਹਾਡੀਆਂ ਅੱਖਾਂ ਦੀ ਨੇਤਰ ਅਚਾਨਕ ਹੀ ਚਲੀ ਗਈ ਜਾਂ ਕੋਈ ਬਿਮਾਰੀ ਹੋਈ ਸੀ ਜੀ? ਬਿਮਾਰੀ ਤਾਂ ਕੋਈ ਹੋਈ ਨਹੀਂ ਵੈਸੇ, ਹਾਂ ਅਚਾਨਕ ਹੀ ਬੰਦ ਹੋ ਗਈ। ਅਚਾਨਕ ਹੀ ਹੋ ਗਏ ਬਸ। ਆਮ ਲੋਕਾਂ ਨੂੰ ਕੀ ਤੁਸੀਂ ਇੱਕ ਮੈਸੇਜ ਦਿੰਦੇ ਹੋ, ਜਿਹੜੇ ਲੋਕ ਦੇਖਦੇ ਨੇ, ਦੇਖ ਕੇ ਵੀ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਨੇ? ਇਹ ਲੋ ਠੱਗੀ ਨਹੀਂ ਮਾਰਨੀ ਚਾਹੀਦੀ, ਸਮਝਦੇ ਹੋ ਨਾ, ਭਲਾ ਕਰਨਾ ਚਾਹੀਦਾ ਪਰਉਪਕਾਰ। ਇੱਕ ਵਾਰ ਤਾਂ ਮੈਂ ਦੱਸਦਾ, ਮੇਰੇ ਅਸੀਂ ਗਏ ਅਜੀਤਵਾਲ ਪ੍ਰੋਗਰਾਮ ਕਰਨ, ਉਹ ਕਹਿੰਦੇ ਸਾਨੂੰ ਵੀ ਆਨੰਦ ਕਾਰਜ ਨੂੰ ਇਹ ਟਾਈਮ ਨਹੀਂ ਹੁੰਦਾ, ਆਨੰਦ ਕਰਦਾ ਕੋਈ ਪਤਾ ਨਹੀਂ ਕਦੋਂ ਬਰਾਤ ਨੇ ਆਉਣਾ, ਕਦੇ ਪਹਿਲਾਂ ਆ ਗਈ, ਕੋਈ ਮਗਰੋਂ ਆ ਗਈ। ਤੇ ਸਾਨੂੰ ਫੋਨ ਕਰਦਾ ਵੀ ਬਰਾਤ ਆ ਗਈ, ਛੇਤੀ ਆ ਜਾਊ। ਅਸੀਂ ਥੋੜ੍ਹੇ ਲੇਟ ਹੋ ਗਏ ਤੁਰਦੇ ਦੱਸੋ। ਤੇ ਸਾਡੇ ਜਾਂਦੇ ਨੂੰ ਬਰਾਤ ਗੁਰਦੁਆਰਾ ਸਾਹਿਬ ਬੈਠ ਆਨੰਦ ਕਾਰਜ ਕਰਨੇ ਸੀ, ਬਰਾਤ ਗੁਰਦੁਆਰਾ 'ਚ ਬੈਠੀ, ਮੁੰਡੇ ਨੇ ਸਾਜ ਅੰਦਰ ਰੱਖਤੇ ਤੇ ਅਸੀਂ ਮੱਥਾ ਟੇਕ ਕੇ ਨਮਸਕਾਰ ਕਰਕੇ ਦੋ ਫਟਾਫਟ ਕੀਰਤਨ ਸ਼ੁਰੂ ਕਰਤਾ। ਤੇ ਉਹ ਕੀਰਤਨ ਦਾ ਐਸਾ ਆਨੰਦ ਆ ਰਿਹਾ ਮੇਰਾ ਆਪਣੇ ਉਵੇਂ ਵੀ ਕਿ ਉਦੋਂ ਪੈਸੇ ਨਹੀਂ ਮੰਗੀਦੇ ਵੀ ਅਸੀਂ ਪੈਸੇ ਇੰਨੇ ਲੈ ਕੇ ਕੀਰਤਨ ਕਰਨਾ, ਇੰਨੀ ਭੇਟਾ ਲੈਣੀ ਆ। ਇੱਕ ਸ਼ੌਂਕ ਹੀ ਆ, ਕੰਮ ਦਾ ਵੀ ਸ਼ੌਂਕ ਹੀ ਆ, ਨਹੀਂ ਤਾਂ ਬੰਦਾ ਛੱਡ ਕੇ ਬਹਿੰਦਾ, ਮਿੱਥ ਨਹੀਂ ਹੁੰਦਾ ਕੰਮ। ਤੇ ਇੱਕ ਇਹਨਾਂ ਵੀ ਕੰਮ ਕਰਦੇ ਰਹੀਏ, ਠੀਕ ਆ। ਤੇ ਉਹ ਇੱਕ ਸਿੰਘ ਨੇ ਦੇਖਿਆ, ਕੋਈ ਬੰਦਾ ਕੋਈ ਬਾਹਰਲਾ ਸੀਗਾ NIR, ਸਾਨੂੰ ਤਾਂ ਬਾਅਦ 'ਚ ਪਤਾ ਲੱਗਾ। ਉਹਨੇ ਦੇਖਿਆ, ਬੰਦੇ ਨੂੰ ਪੁੱਛਿਆ ਵੀ ਇਹ ਫੜ ਕੇ ਕਦੋਂ ਲਗਾਏ ਇਹਨਾਂ ਨੂੰ? ਫਿਰ ਉਹ ਸਾਡੇ ਪਿੰਡ ਦਾ ਬੰਦਾ ਇਹ ਦੱਸਿਆ ਕਿ ਵੀ ਇਹ ਤਾਂ ਬਲਾਈਂਡ ਆ, ਨਿਗਾਹ ਹੈ ਨਹੀਂ ਇਹਨਾਂ ਦੀ। ਫਿਰ ਉਹਨੇ 2000 ਰੁਪਇਆ ਦਿੱਤਾ ਉਹਨੂੰ, ਉਸੇ ਬੰਦੇ ਨੂੰ, ਕਹਿੰਦਾ ਵੀ ਉਹ ਆਪਦਾ ਚਲੇ ਗਿਆ ਹੁਣ, ਤੇ ਉਹਨਾਂ ਘਰੇ ਪਹੁੰਚਦਾ ਕਰਕੇ। ਤੇ ਉਸ ਦੂਜੇ ਦਿਨ ਮੇਰੇ ਕੋਲ ਆ ਗਿਆ ਤੇ ਕਹਿੰਦਾ ਬਾਬਾ ਜੀ ਸਤਿ ਸ੍ਰੀ ਅਕਾਲ ਵਾਲੇ, ਹਾਂਜੀ। ਤੇ ਕਹਿੰਦਾ ਤੁਹਾਡਾ ਪ੍ਰੋਗਰਾਮ ਕਰ ਲਿਆ, ਕਿਸੇ ਨੇ ਬਹੁਤ ਚੰਗਾ ਲੱਗਾ ਉਹਨੂੰ, ਤੇ ਉਹਨੇ ਥੋੜ੍ਹੀ ਮਾਇਆ ਦਿੱਤੀ ਆ। ਮੈਂ ਕੋਈ ਨਹੀਂ, ਅਸੀਂ ਤਾਂ ਮਾਇਆ ਕਿਹੜਾ ਮੰਗਦੇ ਹਾਂ। ਕਹਿੰਦਾ ਨਹੀਂ ਵੀ 2000 ਰੁਪਇਆ ਕਹਿੰਦਾ ਵੀ ਮੇਰੇ ਵੱਲੋਂ ਬਾਬਾ ਜੀ ਨੂੰ ਦੇਣਾ ਵੀ। ਇਹ ਲੋੜ ਉਹ ਵੀ ਬੜਾ ਮਾਨਸਿਕ ਬਾਅਦ 'ਚ ਕਰਦੇ ਲੋਕ, ਜੇ ਆਪਾਂ ਪੈਸੇ ਮੰਗਦੇ ਨਹੀਂ ਨਾ, ਪਰਮਾਤਮਾ ਹੋਰ ਵੀ ਬੰਦੇ ਨੂੰ ਇਹ ਲੋੜ ਪ੍ਰੇਰ ਦਿੰਦੇ ਆ। ਵੀ ਮੈਂ ਸੁਨੇਹਾ ਵੀ ਇਹ ਦੇਣਾ ਚਾਹੂੰ ਵੀ ਜਿਹੜਾ ਇਹ ਲੋੜ ਆਦਮੀ ਨਾ, ਉਹਦੀ ਮਦਦ ਕਰੋ, ਮਾਇਆ ਕਰਕੇ, ਸਰੀਰ ਕਰਕੇ ਵੀ ਜੇਕਰ ਉਹਨੇ ਕਿਸੇ ਪਾਸੇ ਜਾਣਾ ਉਹਨੂੰ ਉੱਥੇ ਛੱਡ ਦਿਓ। ਬਾਬਾ ਜੀ ਕਿਸ ਤਰੀਕੇ ਨਾਲ ਚੱਕੀ ਦਾ ਕੰਮ ਤੁਸੀਂ ਕਿਸ ਤਰੀਕੇ ਨਾਲ ਕਰਦੇ, ਕਿਵੇਂ ਮੱਟਿਆਂ ਦੀ ਕਿਵੇਂ ਪਛਾਣ ਆਉਂਦੀ ਹੈ? ਮੱਟਿਆਂ ਤੋਂ ਪਤਾ ਲੱਗਦਾ ਵੀ ਵੇਖ ਕੇ ਟੋਕ ਵੀ ਆ ਕਿੰਨੇ ਦਾ, 20 ਕਿਲੋ ਦਾ, 10 ਕਿਲੋ ਦਾ, 5 ਕਿਲੋ ਦਾ, ਅੱਧਾ ਕਿਲੋ ਦਾ। ਕਈ ਉਹੀ ਵਜਨ ਤੋਂ ਪਤਾ ਲੱਗਦਾ, ਕਈ ਵੀ ਤੋਲਦੇ ਆ ਫਾਰੇ ਕਰੋ ਕਣਕ, ਹੁਣ ਕਹੇ ਵੀ ਅੱਧਾ ਕਿਲੋ ਵੱਟਾ ਪਾ ਦੇ, ਉਹਨੇ ਕਿਲੋ ਪਾ ਤਾ। ਤੇ ਮੈਂ ਕਿਹਾ ਤੈਨੂੰ ਵੱਟਾ ਵੱਧ ਪਤਾ ਹੋਊਗਾ, ਥੋੜ੍ਹਾ ਕਰ ਇਹਨੂੰ, ਅੱਧਾ ਕਿਲੋ। ਕਹਿੰਦਾ ਮੈਂ ਤਾਂ ਕਿਲੋ ਪਾਤਾ ਸੀ, ਕਿਲੋ ਪੈ ਜਾਣਾ। ਇਹ ਲੋੜ ਵੀ ਅੰਦਾਜ਼ਾ ਪੂਰਾ ਆ ਜਾਂਦਾ, ਤਾਂ ਉਹ ਉੱਤੇ ਸੂਈ ਹੈਗੀ ਕੰਡੇ ਦੀ ਨਾ, ਜਿਹੜਾ ਉਹ ਤੋਂ ਪਤਾ ਲੱਗਦਾ ਵੀ ਹੁਣ ਕਿੱਥੇ ਸੂਈ ਆ, ਠੀਕ ਆ ਜਾਂ ਘੱਟ ਆ ਜਾਂ ਵੱਧ ਆ। ਫਿਰ ਜਿਹੜਾ ਪਰਿਵਾਰ 'ਚ ਤੁਹਾਡੇ ਕੌਣ ਕੌਣ ਹੈ? ਪਰਿਵਾਰ 'ਚ ਅਸੀਂ ਦੋਨੇ ਮੀਆਂ ਬੀਬੀ ਤੇ 2 ਲੜਕੀਆਂ ਵੱਡੀਆਂ, ਉਹ ਦੋਨੇ ਵਿਆਹੀ ਆ, ਸ਼ਾਦੀशुदा, 2 ਬੇਟੇ ਆ, ਇੱਕ ਵਿਆਹ ਵਾ, ਦੂਜਾ ਰਵਿਆਉਣ ਵਾਲਾ ਛੋਟਾ, ਤੇ ਨੂੰਹ 2 ਪੋਤੀਆਂ, ਇੱਕ ਆ ਪੋਤਾ। ਹਾਂਜੀ, ਘਰ ਵਾਲੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ, ਉਹਦੇ ਨਾਲ ਜਿੰਨਾ ਵੀ ਲਿਖਤ ਪੜ੍ਹ ਦਾ ਕੰਮ ਚੱਕੀ ਦਾ ਉਹਨਾਂ ਨੇ ਕਰਨਾ, ਲੈਣ ਦੇਣ ਪੈਸੇ ਦਾ, ਜਿਹਦੇ ਨਾਲ ਸਾਰੀ ਲਿਖਤ ਪੜ੍ਹ ਦੀ ਉਹਨਾਂ ਦੀ ਜ਼ਿੰਮੇਵਾਰੀ ਸਾਰੀ ਕਰਨਾ। ਆਂਢ ਗੁਆਂਢ ਬਾਬਾ ਜੀ ਤੁਹਾਡੀ ਮਦਦ ਕਰ ਦਿੰਦੇ ਆ ਲੋਕ? ਹਾਂਜੀ ਹਾਂਜੀ, ਸਾਰੇ ਪਿੰਡ ਹੀ ਸਾਰੇ ਮਦਦ ਦਾ ਬਹੁਤ ਕਰਦੇ ਆ ਵਿੱਚ। ਉਹ ਕੋਈ ਬੰਦੇ ਹੁੰਦੇ ਜਿਹੜੇ ਲੋਕ ਕਰਨ ਵਾਲੇ ਹੁੰਦੇ ਆ, ਵੈਸੇ ਤਾਂ ਸਾਰੇ ਮਦਦ ਹੀ ਕਰਦੇ ਆ ਬਹੁਤ, ਥੋੜੇ ਬੰਦੇ ਆ ਵਿੱਚ ਜਿਹੜੇ ਉਹ ਕਰਨ ਵਾਲੇ ਆ। ਆਪਾਂ ਹੁਣ ਬਸ ਠੀਕ ਆ। ਹਾਂਜੀ, ਪਹਿਲਾਂ ਤੋਂ ਥੋੜੀ ਜਿਹੀ ਜਾਣੀ ਦੀ ਥੋੜੀ ਘੱਟ ਹੀ ਸੀ, ਮਤਲਬ ਜਿਉਂ ਹੀ ਬਸ ਰਲ ਮਿਲ ਕੇ ਸਾਰਾ ਕੰਮ ਧੰਦਾ ਚਲਾਉਂਦੇ ਰਹੇ, ਇੱਦਾਂ ਪਸ਼ੂ ਪਾਲਦੇ ਰਹੇ, ਨਾਲ ਦੀ ਨਾਲ ਚੱਕੀ ਦਾ ਕੰਮ ਕਰਦੇ ਰਹੇ, ਨਾਲ ਜਾਣੀ ਪੂਰਾ ਹਿੰਮਤ ਨਾਲ ਕੰਮ ਕਰਾਉਂਦੇ ਰਹੇ। ਤੇ ਜਦੋਂ ਹੁਣ ਇਹਨਾਂ ਨੇ ਕੋਈ ਕੀਰਤਨ ਕਰਨਾ ਹੁੰਦਾ, ਸ਼ਬਦ ਵਗੈਰਾ ਪੁੱਛਣਾ ਹੁੰਦਾ, ਉਹ ਪੜ੍ਹ ਕੇ ਸੁਣਾ ਦੇਈਦਾ ਜੀ, ਯਾਦ ਕਰ ਲੈਂਦੇ। ਯਾਨੀ ਕਿ ਤੁਸੀਂ ਪੂਰਾ ਸਾਥ ਦੇ ਰਹੇ ਹੋ? ਹਾਂਜੀ, ਸਾਥ ਦੇ ਰਹੇ ਹਾਂ, ਸਾਰਾ ਪਰਿਵਾਰ ਸਾਥ। ਹਥਿਆਰ ਵੀ ਸੁਣਾਉਣਾ, ਦੱਸ ਵੀ ਸੁਣਾਉਣਾ, ਕੋਈ ਸਾਰਾ ਕੁਝ ਮਤਲਬ ਪੜ੍ਹ ਕੇ ਸੁਣਾ ਦਿੰਦੇ, ਉਹ ਮੂੰਹ ਜਵਾਨੀ ਯਾਦ ਕਰ ਲੈਂਦੇ। ਕਾਫੀ ਤਕਲੀਫਾਂ ਵੀ ਆਉਂਦੀਆਂ ਹੋਣਗੀਆਂ ਜੀ ਇਹਨਾਂ ਨੂੰ ਫਿਰ ਇਸ ਵੇਲੇ, ਕਿਉਂਕਿ ਪਹਿਲੀ ਜ਼ਿੰਦਗੀ ਤੇ ਹੁੰਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਅਸਰ ਹੋਇਆ ਇਹਦਾ। ਹਾਂ, ਤਾਂ ਹੁਣ ਤਕਲੀਫਾਂ ਦਾ ਹੁੰਦੀਆਂ ਰਹਿੰਦੀਆਂ ਜ਼ਿੰਦਗੀ ਦੇ ਵਿੱਚ। ਹਾਂਜੀ, ਉਹ ਮਤਲਬ ਹੁਣ ਜਦੋਂ ਨਿਗਾਹ ਹੀ ਹੈ ਨਹੀਂ ਗੀ, ਹੁਣ ਜੇ ਬਾਹਰ ਅੰਦਰ ਜਾਂਦੇ ਆ ਤਾਂ ਕੰਮ ਪੂਰਾ ਕਰਦੇ, ਹਰ ਤਰ੍ਹਾਂ ਦਾ ਕੰਮ ਕਰਦੇ। ਹਾਂਜੀ, ਕੰਮ ਕਰਦੇ, ਘਰ ਦੇ ਵਿੱਚ ਵੀ ਨਹੀਂ ਦੇਖਿਆ ਸੀ। ਹਾਂਜੀ, ਕੰਮ ਪੂਰਾ ਕਰਦੇ। ਰਿਸ਼ਤੇਦਾਰ ਜੀ ਉਮੀਦਵਾਰ ਹਾਂਜੀ, ਹੁਣ ਜਾਣਾ ਹੁੰਦਾ ਜੇ ਕਿਤੇ ਰਿਸ਼ਤੇਦਾਰੀ ਦੇ ਵਿੱਚ, ਫਿਰ ਵੀ ਨਾਲ ਹੀ ਜਾਂਦੇ, ਉੱਦਾਂ ਜਾਣੀ ਸਾਰਾ ਹੀ ਕਰਦੇ ਜੀ ਕੰਮ ਤਾਂ।
चल भी कर रोगी का रब कंडो रोग ਕੀ ਨਾਂ ਕੀ ਤੁਹਾਡਾ ਜੀ? ਰੇਸ਼ਮ ਸਿੰਘ। ਰੇਸ਼ਮ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ ਤੁਹਾਡੇ ਹਾਂਜੀ, ਕਦੋਂ ਤੋਂ ਤੁਸੀਂ ਦੇਖ ਰਹੇ ਹੋ? ਇਹਨੂੰ ਜੀ ਅਸੀਂ ਤਾਂ 35-40 ਸਾਲ ਤੱਕ ਤੋਂ ਦੇਖ ਰਹੇ ਹਾਂ। 35-40 ਸਾਲ ਹੋ ਗਏ ਇਸੇ ਤਰ੍ਹਾਂ ਹੀ ਨਿਗਾਹ ਤੋਂ ਬਿਨਾਂ ਇਹ ਕੰਮ ਕਰ ਰਹੇ ਆ। ਚੱਕੀ ਜੋ ਵੀ ਕੰਮ, ਜੋ ਰਾਉਣਾ ਇੰਜਣ ਖਰਾਬ ਹੋ ਜੇ, ਸਾਰਾ ਕੁਝ ਇਹ ਆਪ ਕਰ ਰਹੇ ਆ। ਇੰਜਣ ਵੀ ਸਟਾਰਟ ਕਰ ਦਿੰਦੇ ਆ, ਮਿਰਚਾਂ ਵਾਲੀ ਮਸ਼ੀਨ ਵੀ ਚਲਾਉਂਦੇ ਆ, ਚੌਲਾਂ ਵਾਲੀ ਵੀ ਚਲਾਉਂਦੇ ਆ, ਸਾਰਾ ਕੁਝ ਕਰਦੇ ਆ। ਤੇ ਬਿਜਲੀ ਦਾ ਮਤਲਬ ਨਹੀਂ ਹੈਗਾ ਵੀ ਕਿਤੇ ਕਰੰਟ ਲੱਗ ਜੂਗਾ, ਸਾਰਾ ਹਿਸਾਬ ਕਿਤਾਬ ਆ ਇਹਨਾਂ ਨੂੰ। ਜਿੰਨਾ ਵੀ ਪੈਸਿਆਂ ਦੀ ਕਿਵੇਂ ਪਛਾਣ ਆਉਂਦੀ ਜਦੋਂ ਫਿਰ ਪੈਸਿਆਂ ਦਾ ਜੀ, ਇਹ ਜਿਹੜਾ 500 ਦਾ ਨੋਟ ਆ, ਇਹਨਾਂ ਨੇ ਟੋਹ ਕੇ ਵੇਖ ਲੈਣਾ ਵੀ 500 ਦਾ ਨੋਟ ਆ, 200 ਦਾ ਆ, 10 ਦਾ ਆ। ਜੇ ਮੂਲੋਂ ਨਹੀਂ ਪਤਾ ਲੱਗਦਾ ਤਾਂ ਨੋਟ ਨਾ ਮਿਲ ਲੈਣਾ ਇਹਨਾਂ ਨੂੰ, ਵੱਡਾ ਛੋਟਾ। ਹਾਂ, ਪਰ ਕਈ ਵਾਰੀ ਕੋਈ ਬੰਦਾ ਦੇ ਮਨ ਸ਼ਰਾਰਤੀ ਹੋ ਜੇ ਤੇ ਉਦਾਂ ਦੀ ਵੀ ਹਰਕਤ ਕਰ ਸਕਦਾ। ਕਰ ਜਾਂਦੇ ਆ ਜੀ। ਕਈ ਵਾਰਾਂ ਦਾ ਵਿਸ਼ਵਾਸ ਕਰ ਲੈਣ ਵੀ ਇਹ ਬੰਦਾ ਨਹੀਂ ਇਹੋ ਜਿਹਾ, ਤੇ 100 ਦਾ ਦੇ ਕੇ ਵੀ ਬਾਬਾ ਜੀ 500 ਦਾ ਜੇਬ 'ਚ ਪਾ ਲਿਆ, ਤੇ ਬਾਅਦ 'ਚ ਜਦੋਂ ਫਿਰ ਇਹਨੇ ਚੈੱਕ ਕੀਤਾ ਵੀ ਉਹ ਤਾਂ ਠੱਗੀ ਮਾਰ ਗਿਆ। ਕਰ ਜਾਂਦੇ, ਮਾਰ ਜਾਂਦੇ, ਠੱਗੀ ਕਰਦੇ ਆ ਲੋਕ ਬਹੁਤ। ਆਮ ਲੋਕਾਂ ਨੂੰ ਕੀ ਸੁਨੇਹਾ ਦਿੰਦੇ ਤੁਸੀਂ ਇਹਨਾਂ ਦਾ? ਅਸੀਂ ਤਾਂ ਇਹਨਾਂ ਨੂੰ ਇਹ ਕਹਿੰਦੇ ਵੀ ਇਹਦਾ ਨਿਗਾਹ ਦਾ ਫਾਇਦਾ ਨਾ ਠਾਓ। ਜੇ ਇਹਦੀ ਨਿਗਾਹ ਘੱਟ ਆ ਤਾਂ ਇਹਨੂੰ ਚੀਜ਼ ਸਹੀ ਸਲਾਮਤ ਜਿਹੜੀ ਚੀਜ਼ ਇਹਦੀ ਬਣਦੀ ਉਹਨੂੰ ਦਿਓ। ਕਾਫੀ ਮਿਹਨਤ ਕਰਦੇ ਪਰਿਵਾਰ ਪਾਲੇ ਜੀ। ਹਾਂ, ਪਰਿਵਾਰ ਇਹਨਾਂ ਦੇ ਸਿਰ ਤੇ ਆਈ ਜ਼ਿਆਦਾ ਕੀਰਤਨ ਕਰ ਰਹੇ ਆ ਤੇ ਬਹੁਤ ਵਧੀਆ ਮੂੰਹ ਜ਼ੁਬਾਨੀ ਸਾਰਾ ਪਾਠ ਕਰਦੇ। ਅਮਰਤਪਾਲ ਸਿੰਘ ਹੈ ਜੀ। ਅਮਰਪਾਲ ਜੀ, ਤੁਹਾਡੇ ਫਾਦਰ ਸਾਹਿਬ ਬਾਬਾ ਜੀ ਕਿੱਦਾਂ ਹੁਣ ਇਸ ਵੇਲੇ ਇਹਨਾਂ ਦਾ ਜਿਹੜਾ ਹੈਗਾ ਚੱਲਦਾ, ਕਿਉਂਕਿ ਅੱਖਰ ਨੂੰ ਦੇਖਦੇ ਨੇ ਇਹਨਾਂ ਨੂੰ ਔਰ ਕੰਮ ਸਾਰਾ ਕਰ ਰਹੇ ਨੇ। ਇਹਨਾਂ ਨੇ ਕਿਤੇ ਵੀ ਜਾਣਾ ਹੋਏ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਜੀ। ਪ੍ਰੋਗਰਾਮ ਤੇ ਵੀ ਇਕੱਠੇ ਜਾਂਦੇ ਜੀ। ਤੇ ਮੈਂ 10 ਕੁ ਸਾਲ ਦਾ ਸੀ ਜਦੋਂ ਇਹਨਾਂ ਦੀ ਨਿਗਾਹ ਘੱਟ ਗਈ, ਬਹੁਤ ਜ਼ਿਆਦਾ ਜੀ। ਕਿਤੇ ਵੀ ਜਾਣਾ, ਨਾਲ ਪੜ੍ਹਾਈ ਕਰਨੀ, ਨਾਲ ਕੀਰਤਨ ਤੇ ਜਾਣਾ ਜੀ। ਕਿੰਨੇ ਕੰਮ ਕਾਫੀ ਕਰਦੇ ਨੇ? ਕਿਹੜੇ ਕਿਸ ਤਰ੍ਹਾਂ ਕੰਮ? ਹਾਂਜੀ, ਕੰਮ ਬਹੁਤ ਕਰ ਲੈਂਦੇ, 30-32 ਹੈਗੇ ਕੰਮ ਜੀ। ਇਹ ਆਪ ਹੀ ਕਰਦੇ ਜੀ। ਸਾਰਾ ਮਸ਼ੀਨਰੀ ਦਾ ਕੰਮ ਆਪ ਹੀ ਕਰਦੇ ਨੇ? ਹਾਂਜੀ, ਸਾਰਾ ਆਪ ਹੀ ਕਰਦੇ ਜੀ ਮਸ਼ੀਨ।